सत श्री अकाल लोक राणा पंजाबी ਦੇ ਸਾਰੇ ਦਰਸ਼ਕਾਂ ਦਾ ਸਵਾਗਤ। मैं गुरजिंदर सिंह पंगू ਤੇ ਮੇਰੇ ਨਾਲ सियासी माहिर डॉक्टर ਭੀਮਿੰਦਰ ਸਿੰਘ। डॉक्टर साहब वेलकम। बहुत बहुत शुक्रिया, मेहरबानी, धन्यवाद पंगू साहब जी। दोस्तों पंजाब पॉलिटिक्स ਦੇ ਨਾਲ जुड़े हुए ਵੱਡੇ ਮੁੱਦੇ ਨੇ ਜਿਹੜੇ ਅੱਜ ਅਸੀਂ डॉक्टर साहब ਦੇ ਨਾਲ ਵਿਚਾਰਾਂਗੇ। ਆਮ ਆਦਮੀ ਪਾਰਟੀ ਆਪਾਂ ਸਾਰੇ ਜਾਣਦੇ ਹਾਂ, ਸੱਤਾ ਰੂਲਿੰਗ ਪਾਰਟੀ ਹੈ, ਧਿਰ ਸੱਤਾ ਦੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਜਿਹੜੇ ਬਾਗੀ ਵੀ ਕਿਹਾ ਦੱਸਿਆ ਜਾ ਰਿਹਾ ਕਿ ਬਾਗੀ ਹੈਗੇ ਨੇ ਪਰ ਉਹ ਮੰਨਦੇ ਨਹੀਂ, ਉਹਨਾਂ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਤੁਹਾਨੂੰ ਦੱਸਾਂਗੇ ਕਿ ਕਿਹੜੇ ਲੀਡਰ ਨੇ ਜਿਹੜੇ ਭਗਵੰਤ ਮਾਨ ਦੇ ਟੱਚ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਮੁਲਾਕਾਤ ਕੀਤੀ ਹੈ। ਦੂਜੇ ਪਾਸੇ ਕਾਂਗਰਸੀਆਂ ਦਾ ਆਪਸੀ ਕਲੇਸ਼ ਹੈ। ਇੱਕ ਵਾਰ ਫਿਰ ਦੋ ਵੱਡੇ ਕਾਂਗਰਸੀ ਆਪਸ ਦੇ ਵਿੱਚ ਖੈਬੜ ਪਏ। ਕਿਹੜੇ ਕਾਂਗਰਸੀ ਕਿਹੜੇ ਮੁੱਦੇ ਕਰਕੇ ਖੈਬੜੇ? ਆਸ਼ੂ ਦਾ ਨਾਮ ਇੱਕ ਵਾਰ ਫਿਰ ਗੁੰਜਿਆ। ਆਸ਼ੂ ਨੂੰ ਲੈ ਕੇ ਪਾਰਟੀ ਦੁਫਾੜ ਹੋਊਗੀ, ਕਿਵੇਂ ਦੁਫਾੜ ਹੋਊਗੀ ਇਹਦੇ ਤੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਬੀਜੇਪੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਸੀ। ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਇੱਕ ਗੱਲ ਕਹੀ ਜਾ ਰਹੀ ਸੀ ਕਿ ਹੁਣ ਪੰਜਾਬ ਦੀ ਬੀਜੇਪੀ ਦੇ ਵਿੱਚ ਬਦਲਾਅ ਹੋ ਸਕਦਾ। ਇੰਨੀ ਛੇਤੀ ਬਦਲਾਅ ਹੋ ਸਕਦਾ? ਕਿਹੜਾ ਬਦਲਾਅ ਹੋ ਸਕਦਾ? ਇਹ ਕਿਆਸ ਰਾਈਆਂ ਕਿਸੇ ਨੇ ਲਾਈਆਂ ਨਹੀਂ ਸੀ। 2024 ਦੇ ਲਈ ਬੀਜੇਪੀ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਯੋਜਨਾ ਬਣਾ ਕੇ ਅੱਗੇ ਵਧ ਰਹੀ ਹੈ। ਕੀ ਯੋਜਨਾ? ਬੀਜੇਪੀ ਵੱਡੀ ਤਬਦੀਲੀ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ। ਸੈਂਟਰ ਦੀ ਜੋ ਕਮਾਂਡ ਹੈ, ਅਸੀਂ ਉਹਦੇ ਵਿਚਾਰ ਚਰਚਾ ਕਰਾਂਗੇ। ਪਰ ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਆਪਾਂ ਕਾਂਗਰਸੀਆਂ ਤੇ ਗੱਲਬਾਤ ਕਰਾਂਗੇ ਜੀ। ਆਸ਼ੂ ਨੂੰ ਲੈ ਕੇ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਆਮੋ ਸਾਹਮਣੇ ਹੋ ਗਏ ਜੀ। ਸੁਖਪਾਲ ਖਹਿਰਾ ਹੋਰਾਂ ਨੇ ਟਵੀਟ ਕੀਤਾ, ਉਹ ਕਹਿੰਦੇ ਕਿ ਸਾਨੂੰ ਇੱਕੋ ਲੀਡਰ ਤੇ ਫੋਕਸ ਨਹੀਂ ਸਾਨੂੰ ਕਰਨਾ ਚਾਹੀਦਾ, ਸਾਨੂੰ ਜਿਹੜੇ ਲੋਕ ਮੁੱਦੇ ਨੇ ਉਹ ਮੁੱਦੇ ਚੁੱਕਣੇ ਚਾਹੀਦੇ ਨੇ। ਉਹ ਕਹਿੰਦੇ ਕਿ ਆਸ਼ੂ ਨੂੰ ਲੈ ਕੇ ਕਿਹਾ ਉਹਨਾਂ ਨੇ ਬਿਲਕੁਲ ਵੀ ਉਹ ਵਿਜੀਲੈਂਸ ਦੀ ਰਡਾਰ ਤੇ ਆ ਗਿਆ, ਆਪਾਂ ਹਿਰਾਸਤ ਦੇ ਵਿੱਚ ਨੇ। ਸੁਖਪਾਲ ਸਿੰਘ ਖਹਿਰਾ ਟਵੀਟ ਕਰਦੇ ਨੇ, ਉਹ ਕਹਿੰਦੇ ਨੇ ਕਿ ਮੈਂ ਵੀ ਈਡੀ ਦਾ ਸਾਹਮਣਾ ਕੀਤਾ, ਮੈਂ ਸੱਚਾ ਸੀ, ਇਮਾਨਦਾਰ ਸੀ, ਈਡੀ ਮੇਰੇ ਖਿਲਾਫ ਕੁਛ ਕਰ ਨਹੀਂ ਪਾਈ ਤੇ ਮੈਂ ਬਰੀ ਹੋ ਕੇ ਬਾਹਰ ਆ ਗਿਆ। ਉਹ ਕਹਿੰਦੇ ਕਿ ਜੇਕਰ ਸੱਚੇ ਹੋਣਗੇ ਤਾਂ ਆਪੇ ਆ ਜਾਣਗੇ। ਰਾਜਾ ਵੜਿੰਗ ਨੂੰ ਮੈਂਸ਼ਨ ਕਰਕੇ ਟਵੀਟ ਕੀਤਾ ਕਿ ਇੱਕੋ ਥਾਂ ਤੇ ਫੋਕਸ ਨਾ ਕਰੋ, ਤੁਸੀਂ ਜਿਹੜੇ ਲੋਕ ਮੁੱਦੇ ਨੇ ਉਹ ਮੁੱਦੇ ਚੁੱਕੋ। ਰਾਜਾ ਵੜਿੰਗ ਨੇ ਇਹਦੇ ਤੇ ਪਲਟਵਾਰ ਕੀਤਾ ਮੀਡੀਆ ਦੇ ਵਿੱਚ। ਉਹ ਕਹਿੰਦੇ ਕਿ ਬਿਨਾਂ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ। ਹਾਲਾਂਕਿ ਸਰਤਾਜ ਦਾ ਗੀਤ ਵੀ ਹੁੰਦਾ ਸੀ ਕਿ ਬਿਨਾਂ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ, ਜੀ ਜੀ, ਇੱਜ਼ਤ ਐਵੇਂ ਘਟ ਜਾਂਦੀ ਹੈ। ਉਹੀ ਗੱਲ ਕੀਤੀ, ਕਹਿੰਦੇ ਕਿ ਬਿਨਾਂ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਘਟ ਜਾਂਦੀ ਹੈ। ਕਿਵੇਂ ਦੇਖਦੇ ਹੋ ਜਿਹੜਾ ਆਹ ਕਸ਼ਮਕਸ਼ ਚੱਲ ਪਈ ਕਾਂਗਰਸ ਦੇ ਵਿੱਚ ਅੰਦਰ? ਜੀ ਪੰਗੂ ਸਾਹਿਬ, ਦੇਖੋ ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਕਾਂਗਰਸ ਦੇ ਵਿੱਚ ਇਸ ਵੇਲੇ ਚਾਹੇ ਉਹ ਨੈਸ਼ਨਲ ਲੀਡਰਸ਼ਿਪ ਹੋਵੇ, ਚਾਹੇ ਉਹ ਸਟੇਟਾਂ ਦੀ ਲੀਡਰਸ਼ਿਪ ਹੋਵੇ, ਇੱਕ ਬਹੁਤ ਵੱਡਾ ਸੰਕਟ, ਇੱਕ ਬਹੁਤ ਵੱਡਾ ਖਲਾਅ ਜਿਹੜਾ ਹੈਗਾ ਉਹ ਪੈਦਾ ਹੋ ਚੁੱਕਿਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਗੁਲਾਮ ਨਬੀ ਆਜ਼ਾਦ ਹੋਰਾਂ ਨੇ ਇੱਕ ਬਹੁਤ ਵਧੀਆ ਔਰ ਲੰਬੀ ਚਿੱਠੀ ਲਿਖੀ, ਜਿਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਅੱਜ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਸੈਂਟਰ ਦੀ ਕਾਂਗਰਸ ਦੀ, ਖਾਸ ਤੌਰ ਤੇ ਰਾਹੁਲ ਗਾਂਧੀ ਜੀ, ਉਹਨਾਂ ਦੇ ਉੱਤੇ ਬਹੁਤ ਵੱਡੇ ਸਵਾਲ ਉਹਨਾਂ ਨੇ ਚੁੱਕੇ। ਸੋ ਇਹੀ ਗੱਲਾਂ ਜਿਹੜੀਆਂ ਨੇ ਸਟੇਟਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ, ਦੁਫਾੜ ਹੁੰਦੀ ਨਜ਼ਰ ਆ ਰਹੀ ਹੈ ਕਾਂਗਰਸ। ਜਿਵੇਂ ਤੁਸੀਂ ਵੀ ਦੱਸਿਆ, ਚਾਹੇ ਉਹ ਹਰਿਆਣੇ ਦੀ ਗੱਲ ਆਪਾਂ ਕਰ ਲਿਓ, ਚਾਹੇ ਰਾਜਸਥਾਨ ਦੀ ਗੱਲ ਕਰ ਲਓ, ਜਾਂ ਜਿੱਥੇ ਕਾਂਗਰਸ ਕਿਸੇ ਵੇਲੇ ਸੱਤਾ 'ਚ ਰਹੀ ਹੈ ਔਰ ਅੱਜ ਬਿਲਕੁਲ ਉਹਦੀ ਝੋਲੀ ਖਾਲੀ ਹੈ, ਕੋਈ ਸੀਟ ਉਹਨੂੰ ਨਹੀਂ ਆ ਰਹੀ, ਚਾਹੇ ਯੂਪੀ ਦੀ ਗੱਲ ਕਰ ਲਓ। ਮੇਰਾ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਇਸ ਵੇਲੇ ਵੱਖ-ਵੱਖ ਸਟੇਟਾਂ ਦੇ ਵਿੱਚ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਸੱਤਾ ਹੁੰਦੀ ਸੀ ਔਰ ਸਾਲਾਂ ਬੱਧੀ ਸੱਤਾ ਰਹੀ ਹੈ, ਅੱਜ ਉਹ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ। ਔਰ ਉਹੀ ਹਾਲਤ ਜਿਹੜੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਹੋ ਚੁੱਕੇ ਨੇ। ਔਰ ਕਾਂਗਰਸ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਬਹੁਤ ਖਿਲਾਰਾ ਪੈ ਚੁੱਕਿਆ, ਜਿਹਦਾ ਨਤੀਜਾ ਕਾਂਗਰਸ ਜਿਹੜੀ ਹੈਗੀ ਆ ਉਹ ਸੱਤਾ ਭੋਗਦੀ ਅੱਜ ਉਹ ਬਿਲਕੁਲ ਕਿਨਾਰੇ ਹੋ ਚੁੱਕੀ ਹੈ। ਔਰ ਇਹ ਦੋ ਜਿਹੜੇ ਤੁਸੀਂ ਬੰਦਿਆਂ ਦੇ ਨਾਮ ਲਏ ਨੇ, ਚਾਹੇ ਖਹਿਰਾ ਸਾਹਿਬ ਹੋਣ, ਚਾਹੇ ਰਾਜਾ ਵੜਿੰਗ ਜੀ ਹੋਣ, ਕਿਉਂਕਿ ਰਾਜਾ ਵੜਿੰਗ ਜੀ ਕਿਉਂਕਿ ਹੁਣ ਇਸ ਵੇਲੇ ਪ੍ਰਧਾਨ ਨੇ, ਉਹ ਆਪਣੇ ਪ੍ਰਧਾਨ ਦਾ ਜਿਹੜਾ ਹੈਗਾ ਜੋ ਫਰਜ਼ ਹੈ ਉਹ ਅਦਾ ਕਰ ਰਹੇ ਨੇ। ਔਰ ਇਹੀ ਕਹਿ ਰਹੇ ਨੇ ਕਿ ਸਾਨੂੰ ਆਪਣੀਆਂ ਜਿਹੜੀਆਂ ਦਿੱਕਤਾਂ ਨੇ, ਆਪਣੀਆਂ ਸਮੱਸਿਆਵਾਂ ਨੇ, ਆਪਣੀ ਜੋ ਪਾਰਟੀ ਦੀਆਂ ਜੋ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਬਾਰੇ ਬਾਹਰ ਜਾ ਕੇ ਜਿਹੜੀ ਹੈਗਾ ਸੰਦੇਸ਼ ਨਹੀਂ ਦੇਣਾ ਚਾਹੀਦਾ। ਉਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹਨੂੰ ਗੱਲ ਨੂੰ ਨਹੀਂ ਰੱਖਣਾ ਚਾਹੀਦਾ, ਸਗੋਂ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪਾਰਟੀ ਦੇ ਅੰਦਰ ਰੱਖੋ। ਜਦੋਂ ਪਾਰਟੀ ਦੀ ਕੋਈ ਮੀਟਿੰਗ ਹੋਏਗੀ ਉਦੋਂ ਤੁਸੀਂ ਸੁਝਾਅ ਦਿਓ। ਜੇ ਤੁਸੀਂ ਇੱਦਾਂ ਬਿਨਾਂ ਮੰਗੇ ਸੁਝਾਅ ਬਾਹਰ ਦਿਓਗੇ, ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਓਗੇ, ਤਾਂ ਉਹਨਾਂ ਦਾ ਮਤਲਬ ਹੈ ਕਿ ਅਨੁਸ਼ਾਸਨ ਭੰਗ ਹੋਏਗਾ,
ਔਰ ਉਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਹੈਗੀ ਦਿੱਕਤ ਆ ਸਕਦੀ ਹੈ। ਉਹਨਾਂ ਦਾ ਇਸ਼ਾਰਾ ਇਹ ਹੈ। ਔਰ ਦੂਜੇ ਪਾਸੇ ਜਦੋਂ ਅਸੀਂ ਖਹਿਰਾ ਸਾਹਿਬ ਨੂੰ ਦੇਖਦੇ ਹਾਂ, ਕਿਉਂਕਿ ਖਹਿਰਾ ਸਾਹਿਬ ਇੱਕ ਐਸੇ ਲੀਡਰ ਨੇ ਜਿਹੜੇ ਕਿ ਕਿਸੇ ਵੇਲੇ ਆਸ਼ੂ ਜੀ ਬਾਰੇ, ਜਦੋਂ ਉਹ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਨਹੀਂ ਸੀ ਹੁੰਦੇ, ਉਦੋਂ ਉਹ ਆਸ਼ੂ ਬਾਰੇ ਇਦਾਂ ਦੀਆਂ ਗੱਲਾਂ ਕਰਦੇ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਵਿੱਚ ਜਿਹੜੀ ਹੈਗੀ ਕੋਸ਼ਿਸ਼ ਕੀਤੀ ਹੈ। ਉਦੋਂ ਵੀ ਉਹਨਾਂ ਦੀਆਂ ਵੀਡੀਓ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਅਵੇਲੇਬਲ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਖਹਿਰਾ ਸਾਹਿਬ ਕਿਉਂਕਿ ਪਹਿਲਾਂ ਵੀ ਆਸ਼ੂ ਹੋਰਾਂ ਬਾਰੇ ਆਪਣੇ ਜਿਹੜੇ ਨੇ ਬਿਆਨ ਦੇ ਚੁੱਕੇ ਨੇ, ਆਪਣੀਆਂ ਜਿਹੜੀਆਂ ਨੇ ਪ੍ਰੈਸ ਕਾਨਫਰੰਸਿਸ ਕਰ ਚੁੱਕੇ ਨੇ। ਸੋ ਉਸੇ ਆਧਾਰ 'ਤੇ ਉਹ ਗੱਲ ਜਿਹੜੀ ਹੈਗੀ ਹੈ ਇਹ ਕਹਿ ਰਹੇ ਨੇ ਕਿ ਇੱਕ ਬੰਦੇ ਦੇ ਉੱਤੇ ਜਿਹੜਾ ਹੈਗਾ ਫੋਕਸ ਨਹੀਂ ਕਰਨਾ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਕਾਂਗਰਸ ਦੀ ਜਿਹੜੀ ਇਕਜੁੱਟਤਾ ਹੋਣੀ ਚਾਹੀਦੀ ਹੈ ਪਾਰਟੀ ਦੇ ਵਿੱਚ, ਉਹ ਇਕਜੁੱਟਤਾ ਜਿਹੜੀ ਹੈਗੀ ਨਜ਼ਰ ਨਹੀਂ ਆ ਰਹੀ। ਉਹਦਾ ਵੱਡਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਲੀਡਰਸ਼ਿਪ ਦੀ ਲੋੜ ਹੈ ਇਸ ਵੇਲੇ ਕਾਂਗਰਸ ਨੂੰ, ਜਿਹੜਾ ਲੀਡਰ ਸਾਰੇ ਵੱਖ-ਵੱਖ ਧੜਿਆਂ ਨੂੰ, ਕਿਉਂਕਿ ਇਸ ਵੇਲੇ ਬਹੁਤ ਵੱਡੇ ਧੜੇ ਨੇ ਜੇ ਆਪਾਂ ਦੇਖੀਏ ਕਾਂਗਰਸ ਦੇ ਵਿੱਚ, ਜਿਹਦੇ ਵਿੱਚ ਇੱਕ ਬਾਜਵਾ ਸਾਹਿਬ ਦਾ ਧੜਾ ਹੈ, ਜਿਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਖਹਿਰਾ ਸਾਹਿਬ ਦਾ ਧੜਾ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਹੋਰ ਜਿਹੜੇ ਨਿੱਕੇ ਮੋਟੇ ਦੁੱਲੋ ਸਾਹਿਬ ਦਾ ਜਿਹੜਾ ਹੈਗਾ ਵੱਖਰਾ ਧੜਾ ਹੈ। ਹੋਰ ਕਿੰਨੇ ਧੜੇ ਨੇ ਜਿਹੜੇ ਕਿ ਆਪਸ ਦੇ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਨੇ। ਬੇਸ਼ੱਕ ਉੱਤੋਂ ਤੁਹਾਨੂੰ ਇੱਕ ਇਸ ਵੇਲੇ ਪੰਜਾਬ ਦੀ ਕਾਂਗਰਸ ਨਜ਼ਰ ਆ ਰਹੀ ਹੈ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਕਾਫੀ ਧੜੇਬੰਦੀ ਤੁਹਾਨੂੰ ਕਾਂਗਰਸ ਹੀ ਨਜ਼ਰ ਆਏਗੀ ਜਦੋਂ ਅਸੀਂ ਇਹਨੂੰ ਬਰੀਕੀ ਨਾਲ ਦੇਖਾਂਗੇ। ਸੋ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਾਂਗਰਸ ਦੀ ਧੜੇਬੰਦੀ ਸਾਹਮਣੇ ਆ ਰਹੀ ਹੈ। ਕਾਂਗਰਸ ਜਿਹੜੀ ਹੈਗੀ ਹੈ ਪਿਛਲੇ ਲੰਬੇ ਸਮੇਂ ਤੋਂ, ਖਾਸ ਤੌਰ 'ਤੇ ਜਦੋਂ ਤੋਂ ਕੈਪਟਨ ਸਾਹਿਬ ਦੀ ਜਿਹੜੀ ਸੱਤਾ ਉਤਰੀ ਸੀ, ਕੈਪਟਨ ਸਾਹਿਬ ਨੂੰ ਉਤਾਰ ਕੇ ਚੰਨੀ ਸਾਹਿਬ ਨੂੰ ਲਗਾਇਆ ਗਿਆ। ਪਹਿਲਾਂ ਇਹ ਵੀ ਕੋਸ਼ਿਸ਼ ਕੀਤੀ ਗਈ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਂਦਾ ਜਾਏਗਾ। ਸੋ ਉਹ ਸਾਰਾ ਜਦੋਂ ਇਤਿਹਾਸ ਅਸੀਂ ਉਹਨਾਂ ਨੂੰ ਘੋਖਦੇ ਹਾਂ ਕਾਂਗਰਸ ਦੇ ਪੰਜਾਬ ਦੇ ਇਤਿਹਾਸ ਨੂੰ, ਤਾਂ ਲਾਜ਼ਮੀ ਤੌਰ 'ਤੇ ਬਹੁਤ ਵੱਡੀਆਂ ਦਿੱਕਤਾਂ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀਆਂ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਛੇਤੀ ਇਸ ਧੜੇਬੰਦੀ ਤੋਂ ਨਿਜਾਤ ਪਾ ਲੇਗੀ, ਔਰ ਉਹ ਧੜੇਬੰਦੀ ਤੋਂ ਨਿਜਾਤ ਉਹੀ ਲੀਡਰ ਪਾ ਸਕਦਾ ਜਿਹੜਾ ਵੱਡਾ ਲੀਡਰ ਹੋਏਗਾ ਔਰ ਜਿਹੜਾ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲੇਗਾ। ਫਿਰ ਤਾਂ ਦੇਖੋ ਕੋਈ ਸੰਭਾਵਨਾਵਾਂ ਨਜ਼ਰ ਆ ਸਕਦੀਆਂ। ਪਰ ਉਸ ਤੋਂ ਵੀ ਪਹਿਲਾਂ ਜਿਹੜੀ ਗੱਲ ਸਮਝਣ ਵਾਲੀ ਹੈ ਸਾਡੇ ਦਰਸ਼ਕਾਂ ਨੂੰ, ਉਹ ਇਹੀ ਹੈ ਕਿ ਜਿੰਨੀ ਦੇਰ ਸੈਂਟਰ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ, ਜਿੰਨੀ ਦੇਰ ਉੱਥੇ ਮਜ਼ਬੂਤੀ ਨਹੀਂ ਆਉਂਦੀ, ਉੱਥੇ ਕੋਈ ਨਵੀਂ ਚੇਂਜਸ ਜਿਹੜੀਆਂ ਨਵੇਂ ਬਦਲਾਅ ਨਹੀਂ ਆਉਂਦੇ, ਉਨੀ ਦੇਰ ਪੰਜਾਬ ਦੀ ਜਾਂ ਬਾਕੀ ਸੂਬਿਆਂ ਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਵੀ ਕੋਈ ਬਹੁਤ ਵੱਡੀਆਂ ਚੇਂਜਸ ਜਾਂ ਤਬਦੀਲੀਆਂ ਨਹੀਂ ਆ ਸਕਦੀਆਂ। ਕਾਂਗਰਸ ਦਾ ਗ੍ਰਾਫ ਲਗਾਤਾਰ ਥੱਲੇ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੇਲੇ ਸਿਰਫ 2 ਸਟੇਟਾਂ ਨੇ ਜਿੱਥੇ ਕਿ ਕਾਂਗਰਸ ਸੱਤਾ ਜਿਹੜੀ ਹੈਗੀ ਆ ਉਹ ਭੋਗ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਉਮੀਦ ਹੈ ਕਿ ਜਿਵੇਂ ਹਾਲਾਤ ਚੱਲ ਰਹੇ ਨੇ ਤਾਂ ਕਾਫੀ ਸੰਭਾਵਨਾਵਾਂ ਨੇ ਕਿ ਇਹਨਾਂ ਦੋਵੇਂ ਸਟੇਟਾਂ ਦੇ ਵਿੱਚ ਵੀ ਕਾਂਗਰਸ ਆਪਣੇ ਜਿਹੜੇ ਹੈਗੇ ਉਹਦੇ ਪੈਰ ਉਖੜ ਸਕਦੇ ਨੇ। ਸੋ ਬਹੁਤ ਬਚ ਕੇ ਚੱਲਣ ਦੀ ਲੋੜ ਹੈ, ਬਹੁਤ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਬਹੁਤ ਸੂਝਵਾਨ ਤਰੀਕੇ ਦੇ ਨਾਲ ਸਾਰੇ ਧੜਿਆਂ ਨੂੰ, ਚਾਹੇ ਉਹ ਸੈਂਟਰਲ ਲੈਵਲ ਦੇ ਧੜੇ ਹੋਣ, ਚਾਹੇ ਉਹ ਸਟੇਟਾਂ ਦੇ ਧੜੇ ਹੋਣ, ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਹੈ। ਔਰ ਉਹ ਤਾਂ ਹੀ ਹੋਏਗਾ ਜੇ ਕੋਈ ਸਿਆਣੀ ਲੀਡਰਸ਼ਿਪ ਕਾਂਗਰਸ ਦੀ ਜਿਹੜੀ ਹੈਗੀ ਹੈ ਨੈਸ਼ਨਲ ਲੈਵਲ ਦੀ ਔਰ ਸਟੇਟਾਂ ਦੀ ਸਾਹਮਣੇ ਆਏਗੀ। ਭੰਗੂ ਸਾਹਿਬ ਉਹ ਬੀਜੇਪੀ ਕਹਿੰਦੀ ਸੀ ਕਿ ਕਾਂਗਰਸ ਮੁਕਤ ਭਾਰਤ ਜੀ, ਉਹ ਬੀਜੇਪੀ ਦਾ ਆਪਣਾ ਇੱਕ ਫਾਰਮੂਲਾ ਸੀ ਜਿਹਦੇ ਤੇ ਕੰਮ ਕਰਦੀ ਹੈ ਬੀਜੇਪੀ। ਉਹਨਾਂ ਨੇ ਭਾਜਪਾਈਆਂ ਦੇ ਅੱਗੇ ਗੱਲ ਰੱਖੀ ਕਿ ਕਾਂਗਰਸ ਮੁਕਤ ਭਾਰਤ ਜੀ, ਪਰ ਤਾਂ ਕਾਂਗਰਸ ਸੀਰੀਅਸ ਲੈ ਕੇ ਇਸ ਗੱਲ ਨੂੰ ਤਾਂ ਆਪਸ ਦੇ ਵਿੱਚ ਮੁਕਤ ਕਰੀ ਜਾਂਦੇ ਆ। ਬਿਲਕੁਲ, ਦੇਖੋ ਉਹਨਾਂ ਦਾ ਮਤਲਬ ਬੀਜੇਪੀ ਦਾ ਇਹੀ ਸੀਗਾ ਕਿ ਕਾਂਗਰਸ ਇਸ ਵੇਲੇ ਜਦੋਂ ਆਪਾਂ ਪਿਛਲੇ 14 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਆਪਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੀ ਜਿਹੜੀ ਹੈਗੀ ਆ ਉਹਦੇ ਬਾਰੇ ਡਿਸਕਸ ਕਰਾਂਗੇ ਤਾਂ ਉੱਥੇ ਵੀ ਤੁਸੀਂ ਦੇਖੋਗੇ ਕਿ ਕਾਂਗਰਸ ਮੁਕਤ ਜਿਹੜਾ ਹੈਗਾ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 24 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਉਹਦੇ ਵਿੱਚ ਕਾਂਗਰਸ ਦਾ ਜੋ ਪਿਛਲਾ ਰਿਕਾਰਡ ਰਿਹਾ ਉਸ ਤੋਂ ਵੀ ਸ਼ਾਇਦ ਘਟਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਔਰ ਜਿਵੇਂ ਗੁਲਾਮ ਨਬੀ ਆਜ਼ਾਦ ਜਾਂ G23 ਜਿਹੜੇ ਵੱਡੇ ਲੀਡਰ ਕਿਸੇ ਵੇਲੇ ਮੰਨੇ ਜਾਂਦੇ ਸੀ ਕਾਂਗਰਸ ਦੇ ਔਰ ਸੀਨੀਅਰ ਲੀਡਰ ਮੰਨੇ ਜਾਂਦੇ ਸੀ, ਔਰ ਜਿਵੇਂ ਉਹਨਾਂ ਨੇ ਚਿੱਠੀ ਲਿਖੀ ਔਰ ਜਿਵੇਂ ਉਹ ਚਿੱਠੀ ਦੇ ਉੱਤੇ ਰਿਐਕਸ਼ਨ ਹੋਏ ਨੇ, ਉੱਥੋਂ ਹੀ ਲੱਗਦਾ ਹੈ ਕਿ ਕਾਫੀ ਸੰਭਾਵਨਾਵਾਂ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸ਼ਾਇਦ ਬਿਲਕੁਲ ਕਾਂਗਰਸ ਦਾ ਜਿਹੜਾ ਹੈਗਾ ਉਹ ਹੌਲੀ ਹੌਲੀ ਗ੍ਰਾਫ ਬਿਲਕੁਲ ਜ਼ੀਰੋ 'ਤੇ ਆ ਜਾਏ। ਸੋ ਇੱਦਾਂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ ਕਿਉਂਕਿ 24 ਬਹੁਤ ਨੇੜੇ ਹੈ ਔਰ ਨੇੜੇ ਹੋਣ ਕਰਕੇ ਇਲੈਕਸ਼ਨਾਂ ਬਹੁਤ ਨੇੜੇ ਹੋਣ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹਜੇ ਕੋਈ ਸੰਭਾਵਨਾਵਾਂ ਇੱਦਾਂ ਦੀਆਂ ਨਜ਼ਰ ਨਹੀਂ ਆ ਰਹੀਆਂ
ਜਿਹੜੀਆਂ ਕਿ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਦੇ ਵਿੱਚ ਕੋਈ ਕਾਂਗਰਸ ਚੇਂਜ ਕਰਕੇ ਉਹਨੂੰ ਜਿਹੜਾ ਹੈਗਾ ਕੋਸ਼ਿਸ਼ ਕਰੇ ਕਿ ਆਪਣਾ ਜਿਹੜਾ ਗਿਰਿਆ ਹੋਇਆ ਗ੍ਰਾਫ ਹੈ ਉਹਨੂੰ ਉੱਪਰ ਚੁੱਕ ਸਕੇ। ਸੋ ਇਦਾਂ ਦੀਆਂ ਸੰਭਾਵਨਾਵਾਂ ਹੁਣ ਜਿਹੜੀਆਂ ਨੇ ਬੀਜੇਪੀ ਦੀ ਜੋ ਭਵਿੱਖਬਾਣੀ ਹੈ, ਜੋ ਮੋਦੀ ਸਾਹਿਬ ਦੀ ਭਵਿੱਖਬਾਣੀ ਹੈ, ਉਹ ਸੱਚ ਹੁੰਦੀ ਨਜ਼ਰ ਆ ਰਹੀ ਹੈ ਭੰਗੂ ਸਾਹਿਬ। ਕਈ ਲੀਡਰ ਤੇ ਪਾਰਟੀਆਂ ਸੰਕਟ 'ਚ ਨੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ, ਤੇ ਕਿਸਾਨੀ ਜੋ ਸਿਸਟਮ ਹੈਗਾ ਉਹਨੂੰ ਨਾਲ ਲੈ ਕੇ ਚੱਲਦੀ ਹੈ। ਮਨਪ੍ਰੀਤ ਅਯਾਲੀ ਵਿਰੋਧੀ ਧਿਰ ਦੇ ਉਹ ਨੇਤਾ ਵੀ ਹੈਗੇ ਨੇ, ਯਾਨੀ ਕਿ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਧਿਰ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵੱਲੋਂ 3 MLA ਨੇ, ਆਪਾਂ ਜਾਣਦੇ ਹਾਂ ਵਿਧਾਨ ਸਭਾ ਦੇ ਵਿੱਚ ਬੋਲਣ ਵਾਲੇ ਇਕੱਲੇ ਹੀ ਹੈਗੇ ਨੇ, ਉਹ ਧੜਾ ਦੇ ਨਾਲ ਜੋ ਆਪਣੀ ਆਵਾਜ਼ ਰੱਖਦੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਨੇ। ਵਿਰਸਾ ਸਿੰਘ ਬਲਟੋਹਾ ਦੇ ਨਾਲ ਤਿੱਖੀ ਬਹਿਸ ਵੀ ਉਹਨਾਂ ਦੀ ਆਪਾਂ ਨੇ ਸਾਰਿਆਂ ਨੂੰ ਦੇਖੀ ਸੀ ਜੀ। ਮਨਪ੍ਰੀਤ ਅਯਾਲੀ ਭਗਵੰਤ ਮਾਨ ਨੂੰ ਮਿਲਦੇ ਨੇ, ਹਾਲਾਂਕਿ ਗੱਲ ਤਾਂ ਇਹ ਚੱਲਦੀ ਹੈ ਕਿ ਮੁੱਦੇ ਵਿਚਾਰੇ ਗਏ ਨੇ ਉਸ ਮੀਟਿੰਗ ਦੇ ਵਿੱਚ, ਪਰ ਕਿਤੇ ਨਾ ਕਿਤੇ ਜਿਹੜੇ ਸਿਆਸੀ ਪੰਡਤ ਹੈਗੇ ਨੇ ਉਹ ਇਸ ਮੀਟਿੰਗ ਨੂੰ ਦੂਜੇ ਤਰ੍ਹਾਂ ਦੇਖ ਰਹੇ ਨੇ, ਕਿਉਂਕਿ ਇਹ ਮਨਪ੍ਰੀਤ ਅਯਾਲੀ ਦਾ ਅਕਸ ਵੀ ਸਾਫ਼ ਸਮਝਿਆ ਜਾਂਦਾ। ਬਿਲਕੁਲ, ਦੇਖੋ ਜਿੱਥੋਂ ਤੱਕ ਅਯਾਲੀ ਸਾਹਿਬ ਦਾ ਸਬੰਧ ਹੈ ਔਰ ਬਕਾਇਦਾ ਤੌਰ 'ਤੇ ਉਹਨਾਂ ਨੇ ਜਿੰਨੀਆਂ ਵੀ ਪਿਛਲੇ ਸਮੇਂ ਤੋਂ ਬਾਅਦ ਆਪਾਂ ਦੇਖੀਏ ਇਹਨਾਂ ਦੀ ਸੀਟ ਦੇ ਉੱਤੇ ਜਦੋਂ ਫੁਲਕਾ ਜੀ ਛੱਡ ਕੇ ਗਏ ਨੇ, ਉਦੋਂ ਬਾਅਦ ਲਗਾਤਾਰ ਇਹਨਾਂ ਨੇ ਚਾਹੇ ਉਹ ਜ਼ਿਮਨੀ ਚੋਣ ਹੋਵੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ, ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਔਰ ਸਰਕਾਰ ਦੇ ਵੇਲੇ ਵੀ ਹਾਂ, ਉਹ ਜ਼ਿਮਨੀ ਚੋਣ ਉਹਨਾਂ ਨੇ ਜਿੱਤੀ ਸੀਗੀ, ਬਹੁਤ ਵੱਡੀ ਟੱਕਰ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਨਾਲ ਸੀਗੀ, ਸੰਧੂ ਹੋਰਾਂ ਨੂੰ ਹਰਾਇਆ ਸੀ ਉਹਨਾਂ ਨੇ। ਸੋ ਇੱਕ ਤਾਂ ਇਹ ਗੱਲ ਹੈ ਕਿ ਉਹ ਤਾਂ ਹੀ ਹੋਇਆ ਸੰਭਵ ਉਹ ਕਿਉਂਕਿ ਇੱਕ ਇਹਨਾਂ ਦਾ ਜੋ ਛਵੀ ਸੀਗੀ, ਜੋ ਸ਼ਖਸੀਅਤ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਸੀ, ਉਹ ਇੱਕ ਚੰਗੇ ਲੀਡਰ ਦੀ ਛਵੀ ਜਿਹੜੀ ਹੈਗੀ ਸਾਹਮਣੇ ਆਈ ਸੀਗੀ, ਉਹਦਾ ਫਾਇਦਾ ਉਹਨਾਂ ਨੂੰ ਮਿਲਿਆ। ਇਸ ਵਾਰੀ ਵੀ ਮਿਲਿਆ। ਇਸ ਵਾਰੀ ਵੀ ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਐਡੀ ਵੱਡੀ ਹਵਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਸੀਟ ਕੱਢੀ ਹੈ। ਔਰ ਉਸ ਤੋਂ ਬਾਅਦ ਵੀ ਜਿਹੜੇ ਜਦੋਂ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਦੇਖਦੇ ਹੋ ਤਾਂ ਅਯਾਲੀ ਸਾਹਿਬ ਨੇ ਲੋਕਾਂ ਦੇ ਮੁੱਦੇ ਵੀ ਉਠਾਏ ਨੇ, ਔਰ ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਨਾਲ ਆਪਣੀ ਜਿਹੜੀ ਉਹਨਾਂ ਦੀ ਮਾਂ ਪਾਰਟੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਟਕਰਾਓ ਜ਼ਰੂਰ ਹੁੰਦਾ ਨਜ਼ਰ ਆਇਆ ਪਿਛਲੇ ਦਿਨਾਂ ਦੇ ਵਿੱਚ। ਔਰ ਉਹਦਾ ਬੇਸਿਕ ਰੀਜ਼ਨ ਇਹੀ ਹੈ ਕਿ ਜੋ ਕਿਸੇ ਵੇਲੇ ਅਕਾਲੀ ਦਲ ਦੀ ਹੋਂਦ ਸੀ ਜਾਂ ਉਹਨਾਂ ਦੀ ਜੋ ਕੁਰਬਾਨੀ ਸੀ ਅਕਾਲੀ ਦਲ ਦੀ ਜਾਂ ਪੁਰਾਣੇ ਜਥੇਦਾਰ ਸਾਹਿਬਾਨ ਦੀ ਜਾਂ ਇਹਨਾਂ ਦੇ ਪੁਰਾਣੇ ਪ੍ਰਧਾਨ ਦੀ ਜਾਂ ਪੁਰਾਣੀ ਲੀਡਰਸ਼ਿਪ ਦੀ, ਉਹ ਬਹੁਤ ਵੱਡੀ ਕੁਰਬਾਨੀਆਂ ਸੀਗੀਆਂ, ਉਹਨਾਂ ਦੀਆਂ ਬਹੁਤ ਵੱਡੇ ਕੰਮ ਸੀ ਲੋਕਾਂ ਦੇ ਹਿੱਤਾਂ ਦੇ ਵਿੱਚ ਜਾਂ ਪੰਜਾਬ ਦੇ ਹਿੱਤਾਂ ਦੇ ਵਿੱਚ। ਪੰਜਾਬੀ ਸੂਬਾ ਦੀ ਆਪਾਂ ਗੱਲ ਕਰੀਏ ਜਾਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਦੀ ਗੱਲ ਕਰੀਏ ਜਾਂ ਹੋਰ ਪਾਣੀਆਂ ਦਾ ਮਸਲਾ ਹੋਵੇ, ਭਾਸ਼ਾ ਦਾ ਮਸਲਾ ਹੋਵੇ ਜਾਂ ਇੱਦਾਂ ਦੇ ਜਿਹੜੇ ਬੁਨਿਆਦੀ ਮਸਲੇ ਨੇ ਪੰਜਾਬੀਆਂ ਦੇ, ਉਹਨਾਂ ਨੂੰ ਉਠਾਉਣ ਦੇ ਵਿੱਚ ਅਕਾਲੀ ਦਲ ਨੇ ਦਿਨ ਰਾਤ ਇੱਕ ਕੀਤਾ, ਜੇਲ੍ਹਾਂ ਕੱਟੀਆਂ। ਪਰ ਹੋਇਆ ਕਿ ਇੱਕ ਸਮੇਂ ਤੋਂ ਬਾਅਦ, ਜਿਵੇਂ ਮੈਂ ਆਪਾਂ ਕਾਂਗਰਸ ਦੀ ਗੱਲ ਕੀਤੀ ਆ, ਕਾਂਗਰਸ ਦਾ ਗ੍ਰਾਫ ਜਿਵੇਂ ਗਿਰਿਆ ਉਹੀ ਤੁਸੀਂ ਦੇਖੋਗੇ ਕਿ ਉਸੇ ਤਰ੍ਹਾਂ ਦੀ ਲੀਡਰਸ਼ਿਪ ਜਦੋਂ ਅਕਾਲੀ ਦਲ ਦੇ ਵਿੱਚ ਆਈ, ਖਾਸ ਤੌਰ 'ਤੇ ਸੁਖਬੀਰ ਬਾਦਲ ਸਾਹਿਬ ਜਦੋਂ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤਾਂ ਉਸ ਤੋਂ ਬਾਅਦ ਇੱਕ ਲਗਾਤਾਰ ਜੋ ਗਿਰਾਵਟ ਹੈ ਅਕਾਲੀ ਦਲ ਦੇ ਗ੍ਰਾਫ ਦੇ ਵਿੱਚ ਉਹ ਆਉਣੀ ਸ਼ੁਰੂ ਹੁੰਦੀ ਹੈ। ਸੋ ਉਹਦੇ ਨਾਲ ਬਹੁਤੇ ਬੰਦੇ ਖੁਸ਼ ਨਹੀਂ ਹੁੰਦੇ, ਬਹੁਤੇ ਜਿਹੜੇ ਪੁਰਾਣੇ ਜਾਂ ਨਵੇਂ ਜਿਹੜੇ ਨੇ ਲੀਡਰਸ਼ਿਪ ਉਹ ਜ਼ਿਆਦਾ ਆਪਾਂ ਸਾਰੇ ਜਾਣਦੇ ਹਾਂ ਕਿ ਸੁਖਬੀਰ ਬਾਦਲ ਤੋਂ ਖੁਸ਼ ਨਹੀਂ ਸੀਗੇ। ਔਰ ਇਹਦਾ ਨਤੀਜਾ ਕੀ ਨਿਕਲਿਆ? ਇਹਦਾ ਨਤੀਜਾ ਅਕਾਲੀ ਦਲ ਅੱਜ ਤੋਂ ਪਿਛਲੇ ਕੁਝ ਸਾਲਾਂ ਤੋਂ ਉਹ ਦਫਾੜ ਹੁੰਦਾ ਤੁਸੀਂ ਦੇਖੋਗੇ 3 ਸੀਟਾਂ ਦੇ ਉੱਤੇ ਪਹੁੰਚ ਗਏ ਅੱਜ। ਸੋ ਇਹੀ ਕਾਰਨ ਹੈ ਕਿ ਜੇ ਉਹਨਾਂ ਤਿੰਨਾਂ ਦੇ ਵਿੱਚੋਂ ਅਯਾਲੀ ਸਾਹਿਬ ਵੱਖਰੇ ਹੋ ਜਾਂਦੇ ਨੇ ਜਾਂ ਉਹ ਆਪਣਾ ਮਨ ਬਣਾ ਲੈਂਦੇ ਨੇ ਪਾਰਟੀ ਨੂੰ ਛੱਡਣ ਦਾ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਲਈ ਬਹੁਤ ਸੋਚਣ ਦੀ ਘੜੀ ਹੈ। ਔਰ ਅਕਾਲੀ ਦਲ ਨੂੰ ਸੋਚਣਾ ਚਾਹੀਦਾ ਕਿ ਅੱਜ ਉਹਦੇ ਐਡੇ ਵੱਡੇ ਲੀਡਰ ਜਿਨ੍ਹਾਂ ਨੂੰ ਲੋਕ ਮਾਨਤਾ ਦਿੰਦੇ ਨੇ, ਲੋਕ ਜਿਨ੍ਹਾਂ ਨੂੰ ਪਿਆਰ ਕਰਦੇ ਨੇ, ਉੱਦਾਂ ਦੇ ਲੀਡਰ ਉਹਨਾਂ ਨੂੰ ਛੱਡ ਕੇ ਜਾ ਰਹੇ ਨੇ ਜਾਂ ਦੂਜੀਆਂ ਪਾਰਟੀਆਂ ਵੱਲ ਉਹ ਆਪਣਾ ਸਨੇਹ ਦਿਖਾ ਰਹੇ ਨੇ। ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈ, ਸੋਚਣ ਦੀ ਘੜੀ ਹੈ ਬਾਦਲ ਸਾਹਿਬ ਦੇ ਲਈ, ਸੁਖਬੀਰ ਬਾਦਲ ਦੇ ਪ੍ਰਧਾਨ ਸਾਹਿਬ ਦੇ ਲਈ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਉਂ ਉਹਨਾਂ ਦਾ ਗ੍ਰਾਫ ਅੱਗੇ ਨਹੀਂ ਜਾ ਰਿਹਾ। ਚਾਹੇ ਉਹ ਪਿਛਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਤੁਸੀਂ ਸੰਗਰੂਰ ਵਾਲੀ ਦੇਖ ਹੀ ਲਓ, ਜਿੱਦਾਂ ਦਾ ਹਾਲ ਉਹਨਾਂ ਦਾ ਹੋਇਆ, ਆਪਣੀ ਫੋਟੋ ਤੱਕ ਉਹ ਬੈਨਰਾਂ ਦੇ ਉੱਤੇ ਨਹੀਂ ਲਗਵਾ ਸਕੇ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੇ ਸੰਕਟ ਨੇ ਕਾਂਗਰਸ ਦੇ ਵੀ ਔਰ ਅਕਾਲੀ ਦਲ ਦੇ ਵੀ। ਭੰਗੂ ਸਾਹਿਬ, ਬੀਜੇਪੀ ਕਹਿੰਦੇ ਤਬਦੀਲੀ ਕਰਨ ਜਾ ਰਹੀ ਹੈ ਪੰਜਾਬ ਦੀ ਇਕਾਈ ਦੇ ਵਿੱਚ 2024 ਨੂੰ ਮੁੱਖ ਰੱਖ ਕੇ, ਕਹਿੰਦੇ ਕਿ ਅਸੀਂ ਧਿਰਾਂ ਦੇ ਨਾਲ ਲੜਾਂਗੇ, ਲੀਡਰਸ਼ਿਪ ਬਦਲ ਲਾਂਗੇ ਅਸੀਂ ਪੰਜਾਬ ਦੀ। ਦੇਖੋ, ਹਰ ਪਾਰਟੀ ਨੂੰ ਹੱਕ ਹੁੰਦਾ ਹੈ ਕਿ ਉਹ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਆਪਣੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਕਰਦੀ ਹੈ।
ਔਰ ਕਰਨੀ ਵੀ ਚਾਹੀਦੀ ਹੈ। ਪਰ ਜਿੱਥੋਂ ਤੱਕ ਪੰਜਾਬ ਔਰ ਬੀਜੇਪੀ ਦਾ ਸੰਬੰਧ ਹੈ, ਇਹਨੂੰ ਸਮਝਣਾ ਹੋਏਗਾ। ਖਾਸ ਤੌਰ 'ਤੇ ਜਦੋਂ ਤੋਂ ਅਕਾਲੀ ਦਲ ਔਰ ਬੀਜੇਪੀ ਦੋਵੇਂ ਵੱਖਰੇ ਹੋਏ ਨੇ ਕਿਸਾਨੀ ਅੰਦੋਲਨ ਤੋਂ ਬਾਅਦ, ਤਾਂ ਦੋਵੇਂ ਪਾਰਟੀਆਂ, ਚਾਹੇ ਉਹ ਬੀਜੇਪੀ ਹੈ ਚਾਹੇ ਉਹ ਅਕਾਲੀ ਦਲ ਹੈ, ਉਹਨਾਂ ਦੇ ਪੈਰ ਨਹੀਂ ਲੱਗ ਰਹੇ। ਉਹਦਾ ਵੱਡਾ ਕਾਰਨ ਹੈ ਕਿ ਕਿਸਾਨੀ ਦਾ ਸੰਘਰਸ਼ ਜਿਹੜਾ, ਕਿਸਾਨੀ ਦੇ ਜੇ 3 ਕਾਲੇ ਕਾਨੂੰਨ ਬਣਾਏ ਗਏ ਔਰ ਉਹਨਾਂ 3 ਕਾਲੇ ਕਾਨੂੰਨਾਂ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇੱਕ ਵੱਡਾ ਅੰਦੋਲਨ ਸ਼ੁਰੂ ਹੋਇਆ ਔਰ ਉਸ ਅੰਦੋਲਨ ਨੇ ਦੋਵਾਂ ਪਾਰਟੀਆਂ ਨੂੰ ਵੱਖ ਕੀਤਾ ਉਸ ਦੇ ਪ੍ਰੈਸ਼ਰ ਦੇ ਕਰਕੇ, ਤਾਂ ਤੁਸੀਂ ਦੇਖੋਗੇ ਕਿ ਉਸ ਪ੍ਰੈਸ਼ਰ ਕਰਕੇ ਪੰਜਾਬ ਵਿੱਚੋਂ ਜੜ੍ਹਾਂ ਹਿੱਲ ਗਈਆਂ ਦੋਵੇਂ ਪਾਰਟੀ ਦੀਆਂ। ਜਿਹੜੀਆਂ ਜੜ੍ਹਾਂ ਕਿਸੇ ਵੇਲੇ ਕਹਿੰਦੇ ਸੀਗੇ ਕਿ ਖਾਸ ਤੌਰ 'ਤੇ ਸੁਖਬੀਰ ਬਾਦਲ, ਤੁਹਾਨੂੰ ਵੀ ਯਾਦ ਹੋਏਗਾ, ਆਪਣੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਅਸੀਂ 25 ਸਾਲ ਰਾਜ ਕਰਨਾ ਹੈ। ਸੋ 25 ਸਾਲ ਦੀ ਬਜਾਏ ਮੈਨੂੰ ਲੱਗਦਾ ਹੈ ਕਿ ਉਹ 25 ਸੀਟਾਂ ਤੋਂ ਵੀ ਘਟਦੇ 3 ਸੀਟਾਂ 'ਤੇ ਆ ਗਏ। ਸੋ ਕਹਿਣ ਦਾ ਮਤਲਬ ਹੈ ਕਿ ਅੱਜ ਬੀਜੇਪੀ ਜਿਹੜੀ ਹੈਗੀ ਹੈ, ਬੇਸ਼ੱਕ ਕੋਸ਼ਿਸ਼ ਜ਼ਰੂਰ ਕਰ ਰਹੀ ਹੈ। ਪਿਛਲੇ ਦਿਨ ਮੋਦੀ ਸਾਹਿਬ ਵੀ ਆਏ ਨੇ ਔਰ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਬੀਜੇਪੀ ਦੇ ਪ੍ਰਤੀ, ਉਹ ਕੋਈ ਬੈਠਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਕੁਝ ਕਾਂਗਰਸੀ ਹੋਣ ਜਾਂ ਅਕਾਲੀ ਦਲ ਵਾਲੇ ਹੋਣ, ਉਹਨਾਂ ਨੇ ਬੀਜੇਪੀ ਨੂੰ ਜੁਆਇਨ ਜ਼ਰੂਰ ਕੀਤਾ ਹੈ, ਪਰ ਜਦੋਂ ਬੀਜੇਪੀ ਦਾ ਤੁਹਾਡੇ ਉੱਤੇ ਠੱਪਾ ਲੱਗਦਾ ਤਾਂ ਇਹਦੇ ਬਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਤ ਔਖਾ ਹੈ ਬੀਜੇਪੀ ਨੂੰ ਪੈਰ ਜਮਾਉਣੇ। ਉਹਦਾ ਵੱਡਾ ਇਹੀ ਰੀਜ਼ਨ ਹੈ ਕਿ ਜਿਸ ਕਿਸਮ ਦਾ ਕਿਸਾਨੀ ਅੰਦੋਲਨ ਚੱਲਿਆ ਹੈ, ਉਸ ਨੇ ਲੋਕਾਂ ਨੂੰ ਬਹੁਤ ਚੇਤਨ ਕੀਤਾ ਹੈ, ਕੌਨਸ਼ੀਅਸ ਕੀਤਾ ਹੈ। ਉਹਦਾ ਗੁੱਸਾ ਅੱਜ ਵੀ ਤੁਸੀਂ ਦੇਖੋਗੇ ਕਿਸਾਨੀ ਅੰਦੋਲਨ ਦਾ ਅੱਜ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਹੈ, ਕਿਸਾਨਾਂ ਦੇ ਵਿੱਚ ਹੈ ਖਾਸ ਤੌਰ 'ਤੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਉਹ ਤਬਦੀਲੀ ਜ਼ਰੂਰ ਕਰ ਲਵੇ, ਕਰਨੀ ਵੀ ਚਾਹੀਦੀ ਹੈ, ਹਰ ਪਾਰਟੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਪਰ ਪੰਜਾਬ ਜਿਹੜਾ ਹੈਗਾ ਉਹ ਬੀਜੇਪੀ ਜਾਂ ਇਹਨਾਂ ਦੇ ਵੱਡੇ ਲੀਡਰਾਂ ਨੂੰ ਕੋਈ ਬਹੁਤਾ ਦਾਣਾ ਨਹੀਂ ਪਾਊਗਾ। ਇੱਦਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਲੱਗਦੀਆਂ ਨੇ। ਭੰਗੂ ਸਾਹਿਬ, ਇੱਕ ਆਖਰੀ ਸਵਾਲ ਜੀ। ਭਗਵੰਤ ਮਾਨ ਮਾਲ ਗੱਡੀਆਂ ਦੀ ਗੱਲ ਕਰਦੇ ਨੇ ਕਿ ਮਾਲ ਗੱਡੀਆਂ ਖਰੀਦਾਂਗੇ ਅਸੀਂ, ਥੋੜਾ ਜਿਹਾ ਉਸ ਬਾਰੇ ਵੀ ਦੱਸੋ ਕਿ ਮਹਿੰਗੀਆਂ ਦੱਸੀਆਂ ਜਾਂਦੀਆਂ ਮਾਲ ਗੱਡੀਆਂ, ਤੇ ਇਹ ਵੀ ਗੱਲ ਚੱਲ ਜਾਂਦੀ 350 ਕਰੋੜ ਰੁਪਏ ਦੀ, 350 ਕਰੋੜ ਕਿ ਪੰਜਾਬ ਪਹਿਲਾ ਸੂਬਾ ਹੋਊਗਾ। ਜੀ ਦੇਖੋ, ਕਿਉਂਕਿ ਜਿਹੜਾ ਵੀ ਸੂਬਾ ਹੈ, ਚਾਹੇ ਉਹ ਹਰਿਆਣਾ ਹੈ, ਹਰਿਆਣਾ ਸਾਡੇ ਤੋਂ ਅੱਗੇ ਕਿਉਂ ਹੈ? ਕਿਉਂਕਿ ਉਹਦੇ ਕੋਲ ਇੰਡਸਟਰੀ ਹੈ। ਉਹ ਜਿਹੜਾ ਦਿੱਲੀ ਨਾਲ ਬੈਲਟ ਲੱਗਦੀ ਹੈ ਹਰਿਆਣੇ ਦੀ, ਉਹ ਇੰਡਸਟਰੀਲਾਈਜ਼ ਏਰੀਆ ਹੈ। ਜਿੰਨੀ ਦੇਰ ਪੰਜਾਬ ਨੂੰ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ, ਵੱਡੇ ਕਾਰਖਾਨੇ ਨਹੀਂ ਲੱਗਦੇ, ਜਿਹੜੀ ਕਿ ਭਗਵੰਤ ਮਾਨ ਹੋਰਾਂ ਨੇ ਟਾਟਾ ਗਰੁੱਪ ਦੇ ਨਾਲ ਸਮਝੌਤੇ ਉਹਨਾਂ ਦੇ ਹੋ ਰਹੇ ਨੇ, ਔਰ ਜੇਕਰ ਇਹ ਲੱਗਦੇ ਨੇ ਔਰ ਇੱਥੋਂ ਜਿਹੜਾ ਬਣਿਆ ਹੋਇਆ ਮਾਲ ਜਾਂ ਕੱਚਾ ਮਾਲ ਜਿਹੜਾ ਆਦਾਨ ਪ੍ਰਦਾਨ ਹੁੰਦਾ ਹੈ, ਤਾਂ ਇਹਦੇ ਨਾਲ ਪੰਜਾਬ ਦੀ ਜਿਹੜਾ ਕਾਰਖਾਨਾ ਹੈ, ਪੰਜਾਬ ਦੀ ਇੰਡਸਟਰੀ ਹੈ, ਉਹਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ। ਸੋ ਇਸ ਕਰਕੇ ਜੇਕਰ ਇਹ ਖਰੀਦੀਆਂ ਜਾਂਦੀਆਂ ਨੇ ਮਾਲ ਗੱਡੀਆਂ, ਤਾਂ ਇਹਦੇ ਨਾਲ ਜਿਹੜਾ ਹੈਗਾ ਭਾੜਾ ਵੀ ਬਚੇਗਾ ਔਰ ਆਦਾਨ ਪ੍ਰਦਾਨ ਜਿਹੜਾ ਹੈਗਾ ਸੌਖਾ ਹੋਏਗਾ। ਔਰ ਕੱਚਾ ਮਾਲ ਜਿਹੜਾ, ਜਿੰਨੀ ਦੇਰ ਤੁਸੀਂ ਆਪਣੇ ਕਾਰਖਾਨਿਆਂ ਨੂੰ ਕੱਚਾ ਮਾਲ ਸਪਲਾਈ ਨਹੀਂ ਟਾਈਮ ਸਿਰ ਕਰੋਗੇ, ਜਾਂ ਹੋਰ ਜਿਹੜੇ ਵੱਡੇ ਕਾਰਖਾਨੇ ਨੇ, ਚਾਹੇ ਬਿਜਲੀ ਦਾ ਹੈ, ਇਲੈਕਟ੍ਰਿਸਿਟੀ ਦਾ ਹੈ, ਜਾਂ ਹੋਰ ਜਿਹੜੇ ਸਟੀਲ ਇੰਡਸਟਰੀ ਹੈ, ਤਾਂ ਉਹਦੇ ਵਿੱਚ ਕੱਚੇ ਮਾਲ ਦੀ ਜਿਹੜੀ ਆਵਾਜਾਈ ਹੈ ਉਹ ਬਹੁਤ ਨਿਰਵਿਘਨ ਹੋਣੀ ਚਾਹੀਦੀ ਹੈ ਔਰ ਬਹੁਤ ਸਸਤੀ ਹੋਣੀ ਚਾਹੀਦੀ ਹੈ। ਉਹਦੇ ਨਾਲ ਕੀ ਹੋਏਗਾ ਕਿ ਇੰਡਸਟਰੀ ਆਪਣੇ ਆਪ ਜਿਹੜੀ ਹੈਗੀ ਹੈ, ਬਾਹਰਲੀ ਇੰਡਸਟਰੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਬਾਹਰਲੇ ਸੂਬਿਆਂ ਦੇ ਵਿੱਚ ਚਲੀ ਗਈ, ਕਦੇ ਉਹ ਦਿੱਲੀ 'ਚ ਚਲੀ ਜਾਂਦੀ ਹੈ, ਕਦੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਥੋਂ ਛੱਡ ਕੇ ਚਲੇ ਜਾਂਦੇ ਨੇ ਸਾਡੇ ਇੰਡਸਟਰੀਲਿਸਟ, ਜਾਂ ਹੋਰ ਸੂਬਿਆਂ ਦੇ ਹਰਿਆਣੇ ਦੇ ਵਿੱਚ ਚਲੇ ਜਾਂਦੇ ਆ, ਤਾਂ ਉਹ ਘੱਟੋ ਘੱਟ ਨਹੀਂ ਜਾਏਗੀ। ਜਿੰਨੀਆਂ ਸਹੂਲਤਾਂ ਇਹਦਾ ਮਤਲਬ ਇਹੀ ਹੈ ਕਿ ਵੱਡੀ ਇੰਡਸਟਰੀ ਨੂੰ ਸਹੂਲਤਾਂ ਦੇਣ ਦੀ ਲੋੜ ਹੈ, ਔਰ ਉਹ ਤਾਂ ਹੋਣਗੀਆਂ ਜੇ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਸਹੀ ਹੋਏਗਾ। ਔਰ ਸਿਸਟਮ ਤਾਂ ਹੀ ਸਹੀ ਹੋਏਗਾ ਜੇਕਰ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ, ਚਾਹੇ ਉਹ ਬਿਜਲੀ ਦੀ ਸਹੂਲਤ ਹੈ ਸਸਤੀ ਦੀ। ਭੰਗੂ ਸਾਹਿਬ, ਜਿਹੜਾ ਜਿੰਨੀ ਦੇਰ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਇੰਸਪੈਕਟਰੀ ਰਾਜ ਖਤਮ ਨਹੀਂ ਹੁੰਦਾ ਔਰ ਕਾਰਖਾਨੇਦਾਰਾਂ ਨੂੰ ਚੰਗੀਆਂ ਸਹੂਲਤਾਂ ਜਾਂ ਉਹਨਾਂ ਨੂੰ ਜਿਹੜੀਆਂ ਅੜਚਨਾਂ ਆ ਰਹੀਆਂ ਨੇ ਜਾਂ ਅੜਚਨਾਂ ਆਉਂਦੀਆਂ ਨੇ ਆਪਣਾ ਕਾਰਖਾਨੇ ਨੂੰ ਡਿਵੈਲਪ ਕਰਨ ਦੇ ਲਈ, ਜਿੰਨੀ ਦੇਰ ਉਹ ਸਰਕਾਰ ਬੈਠ ਕੇ ਉਹਨਾਂ ਦਾ ਸੋਲਵ ਨਹੀਂ ਕਰਦੀ, ਉਹਨਾਂ ਦਾ ਹੱਲ ਨਹੀਂ ਕਰਦੀ, ਤਾਂ ਉਹ ਜਿਹੜੇ ਨੇ ਇੰਡਸਟਰੀਲਿਸਟ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਲਾਉਣਗੇ। ਸੋ ਇਸ ਕਰਕੇ ਵਿਜ਼ਨ ਪੰਜਾਬ ਦੇ ਵਿੱਚ
ਮਾਨ ਸਾਹਿਬ ਨੇ ਜਿਵੇਂ ਤੁਸੀਂ ਕਿਹਾ ਹੈ ਕਿ ਵੱਡੇ ਇੰਡਸਟਰੀਆਂ ਨੂੰ ਖਾਸ ਤੌਰ ਤੇ ਜਿਹੜਾ ਟਾਟਾ ਗਰੁੱਪ ਹੈ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਵਧੀਆ ਗੱਲ ਹੈ। ਤਾਂ ਇਹਦੇ ਨਾਲ ਘੱਟੋ ਘੱਟ ਜਿਹੜਾ ਸਾਡਾ ਮਾਲਵਾ ਖੇਤਰ ਹੈ, ਲੁਧਿਆਣਾ ਖੇਤਰ ਹੈ, ਉਹਦੇ ਵਿੱਚ ਹੋਰ ਇੰਡਸਟਰੀ ਲੱਗੇਗੀ ਔਰ ਉਹਦੇ ਨਾਲ ਲੋਕਾਂ ਨੂੰ ਹੋਰ ਰੁਜ਼ਗਾਰ ਮਿਲੇਗਾ ਔਰ ਪੰਜਾਬ ਅੱਗੇ ਤਰੱਕੀਆਂ ਵੱਲ ਜਾ ਸਕਦਾ ਹੈ। ਪੰਗੂ ਸਾਹਿਬ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਲਈ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਵਜੋਂ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ ਨਾਲ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਵੱਡੀਆਂ ਜੋ ਖਬਰਾਂ ਨੇ, ਵੱਡੇ ਮੁੱਦੇ ਨੇ, ਉਹਦੇ ਵਿਚਾਰ ਚਰਚਾ ਕੀਤੀ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਚੈਨਲ ਪੰਜਾਬ। ਸ਼ੁਕਰੀਆ।